ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਰਾਜਨੀਤੀ ਦੇ ਵਿੱਚ ਆਏ ਦਾਮਨ ਚੰਦ ਬਾਜਵਾ, ਜੋ ਕਿ ਪਿਛਲੇ 5 ਸਾਲਾਂ ਤੋਂ ਹਲਕਾ ਇੰਚਾਰਜ ਦੇ ਤੌਰ 'ਤੇ ਸੁਨਾਮ ਦੇ ਵਿੱਚ ਸਰਗਰਮ ਸਨ। ਪਰ ਕਾਂਗਰਸ ਵੱਲੋਂ ਜਿਹੜੀ ਨਵੀਂ ਲਿਸਟ ਆਉਂਦੀ ਹੈ ਉਹਦੇ ਵਿੱਚ ਉਹਨਾਂ ਦੀ ਜਿਹੜੀ ਟਿਕਟ ਆ ਉਹ ਕੱਟ ਦਿੱਤੀ ਜਾਂਦੀ ਹੈ। ਜੋ ਟਿਕਟ ਆ ਉਹ ML ਦੇ ਬੇਟੇ ਨੂੰ ਦਿੱਤੀ ਜਾਂਦੀ ਹੈ, ਜਿਸ ਕਾਰਨ ਉਹ ਨਾਰਾਜ਼ ਸਨ ਅਤੇ ਲਗਾਤਾਰ ਆਪਣੇ ਵਰਕਰਾਂ ਦੇ ਨਾਲ ਹੁਣ ਮੀਟਿੰਗਾਂ ਕਰ ਰਹੇ ਨੇ ਅਤੇ ਉਹਨਾਂ ਦਾ ਇਹ ਫੈਸਲਾ ਹੈਗਾ ਕਿ ਉਹ ਆਜ਼ਾਦ ਚੋਣ ਲੜਨਗੇ। ਇਸ ਸਮੇਂ ਲਗਾਤਾਰ ਉਹ ਆਪਣੇ ਹਲਕੇ ਦੇ ਵਿੱਚ ਵਿਚਰ ਰਹੇ ਨੇ। ਸਾਡੇ ਨਾਲ ਦਾਮਨ ਚੰਦ ਬਾਜਵਾ ਮੌਜੂਦ ਨੇ। ਮੈਡਮ, ਹੁਣ ਕੀ ਫੈਸਲਾ ਲਿਆ ਗਿਆ ਜੀ? फैसला तो देखो, मैं पहले दिनों ही इस गल ते खड़ी हाँ कि मेरा जो भी फैसला होगा वो मेरे साथी, मेरा जिहड़ा हल्के दा परिवार है वो लेगा। क्योंकि मैं एक व्यक्ति की ज्यादती करके पूरी पार्टी नूं दोषी नहीं ठहराना चाहती, और बट एट द सेम टाइम जो पार्टी ने गलत फैसला एक लिया है उस करके ਅਸੀਂ ਆਪਣੇ ਵਰਕਰਸ ਜਿਹੜੇ ਲੰਮੇ ਸਮੇਂ ਤੋਂ ਪਾਰਟੀ, ਕਿਉਂਕਿ ਸੁਨਾਮ ਵਿੱਚ ਕਾਂਗਰਸ ਕਦੀ ਵੀ ਤਾਕਤ ਵਿੱਚ ਨਹੀਂ ਆਈ ਲੰਮੇ ਸਮੇਂ ਤੋਂ, ਤਾਂ ਵਰਕਰਸ ਵੈਸੇ ਹੀ ਬਹੁਤ ਨਿਰਾਸ਼ ਸੀ। ਔਰ ਪਹਿਲੀ ਵਾਰ ਐਸਾ ਮਾਹੌਲ ਔਰ ਮੌਕਾ ਆ ਗਿਆ ਸੀਗਾ ਕਿ ਜਦੋਂ ਕਾਂਗਰਸ ਜਿੱਤ ਦੀ ਉਹਦੇ ਤੇ ਪਹੁੰਚ ਚੁੱਕੀ ਸੀ ਕਗਾਰ ਤੇ ਉਸ ਵਕਤ ਇਹੋ ਜਿਹਾ ਗਲਤ ਫੈਸਲਾ ਲੋਕਾਂ ਵਾਸਤੇ ਲਿਆ ਜਾਣਾ, ਤੇ ਅੱਜ ਲੋਕੀ ਬਹੁਤ ਜ਼ਿਆਦਾ ਅਪਸੈਟ ਨੇ ਤੇ ਜੋ ਕਹਿਣਗੇ ਦਾਮਨ ਬਾਜਵਾ ਉਹ ਕਰਨ ਨੂੰ ਤਿਆਰ ਹੈ। ਜੇਕਰ ਗੱਲ ਕਰੀ ਜਾਵੇ ਸੁਰਜੀਤ ਸਿੰਘ ਧਮਾਨ ਦੇ ਜਿਹੜੇ ਬੇਟੇ ਨੇ ਉਹਨਾਂ ਨੂੰ ਇੱਥੋਂ ਟਿਕਟ ਦਿੱਤੀ ਜਾਂਦੀ ਹੈਗੀ ਅਤੇ ਤੁਹਾਡੀ ਟਿਕਟ ਕੱਟੀ ਜਾਂਦੀ ਹੈਗੀ, ਅਤੇ ਦੂਜੇ ਪਾਸੇ ਜੇਕਰ ਕਾਂਗਰਸ ਦੀ ਲਿਸਟ ਦੇ ਵਿੱਚ ਗੱਲ ਕਰੀ ਜਾਵੇ ਤਾਂ ਜਿਹੜੀਆਂ 3 ਮਹਿਲਾ ਵਰਕਰ ਨੇਗੀਆਂ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਟਿਕਟ ਕੱਟੀ ਜਾਂਦੀ ਹੈ। ਕਿਵੇਂ ਦੇਖਦੇ ਹੋ? ਇੱਕ ਪਾਸੇ ਤਾਂ ਜਿਹੜੀ ਕਾਂਗਰਸ ਹੈਗੀ ਉਹ ਉੱਤਰ ਪ੍ਰਦੇਸ਼ ਦੇ ਵਿੱਚ ਨਾਅਰਾ ਦਿੰਦੀਆਂ ਨੇ, ਪ੍ਰਿੰਕਾ ਗਾਂਧੀ ਲੜਕੀ ਹੂੰ ਲੜ ਸਕਤੀ ਹੂੰ, 50 ਦੇ ਕਰੀਬ ਟਿਕਟਾਂ ਜਿਹੜੀਆਂ ਮਹਿਲਾ ਵਰਕਰਾਂ ਨੂੰ ਦਿੱਤੀਆਂ, ਤਾਂ ਫਿਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਿਉਂ? ਤੁਸੀਂ ਆਪ ਹੀ ਦੇਖ ਸਕਦੇ ਹੋ ਜੋ ਲਿਸਟਾਂ ਆਈਆਂ, ਜੋ ਕੈਂਡੀਡੇਟਸ ਅਨਾਊਂਸ ਹੋਇਆ, 109 ਜਾਂ 110 ਕੈਂਡੀਡੇਟਸ ਕਾਂਗਰਸ ਨੇ ਅਨਾਊਂਸ ਕੀਤੇ ਹੈ, ਉਹਦੇ ਵਿੱਚ ਮੇਰੇ ਖਿਆਲ ਮਹਿਜ਼ 8 ਜਾਂ 9 ਹੀ ਫੀਮੇਲਸ ਹੈਗੀਆਂ ਰਿਪਰੈਜ਼ੈਂਟੇਸ਼ਨ ਜਿਹਨਾਂ ਨੂੰ ਦਿੱਤੀ ਗਈ ਹੈ। ਉਹ ਵੀ ਤੁਸੀਂ ਦੇਖੋ ਕੌਣ ਨੇ, ਜਾਂ ਕੋਈ ਸਿਆਸੀ ਪਰਿਵਾਰ ਤੋਂ ਸੰਬੰਧ ਰੱਖਦੇ ਨੇ, ਕੋਈ ਸਾਬਕਾ ਮੁੱਖ ਮੰਤਰੀ ਨੇ, ਕੋਈ ਸਾਬਕਾ ਮੁੱਖ ਮੰਤਰੀ ਦੀ ਨੂੰਹ ਹੈ, ਜਾਂ ਕੋਈ ਸਾਬਕਾ ਕੈਬਨਿਟ ਮਿਨਿਸਟਰ ਨੇ। ਔਰਤਾਂ ਦਾ ਮਤਲਬ ਹੁੰਦਾ ਆਮ ਘਰਾਂ ਦੀਆਂ ਲੇਡੀਜ਼। ਆਪਾਂ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਕਿਉਂ ਕਰ ਰਹੇ ਹਾਂ? ਤਾਂ ਕਿ ਔਰਤਾਂ ਨੂੰ ਇਹ ਮਹਿਸੂਸ ਹੋਵੇ ਕਿ ਸਾਡੀ ਲੜਾਈ ਲੜਨ ਵਾਸਤੇ ਉੱਥੇ ਕੋਈ ਸਾਡੇ ਨਾਲ ਦਾ ਵਿਧਾਨ ਸਭਾ ਜਾਂ ਇਹੋ ਜਿਹੀ ਪੋਜੀਸ਼ਨ 'ਤੇ ਬੈਠਾ ਹੈ ਜਿੱਥੇ ਉਹ ਸਾਡੇ ਵਾਸਤੇ ਕੋਈ ਸਹੀ ਫੈਸਲੇ ਲਿਆ ਸਕਦਾ। ਅਤੇ ਜਿਹੜੀਆਂ ਕੁੜੀਆਂ ਕੰਮ ਕਰਕੇ ਆਰਗੇਨਾਈਜੇਸ਼ਨ ਵਿੱਚ ਰਹਿ ਕੇ, ਇਲੈਕਟਿਡ ਪੋਸਟ 'ਤੇ ਰਹਿ ਕੇ, ਲੋਕਾਂ ਦੇ ਸਹਿਯੋਗ ਨਾਲ, ਮਿਹਨਤ ਨਾਲ ਇੱਕ ਪੋਜੀਸ਼ਨ 'ਤੇ ਪਹੁੰਚੀਆਂ, ਜੇ ਤੁਸੀਂ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦੋਗੇ ਤਾਂ ਫਿਰ ਤੁਹਾਡਾ ਉਹ ਨਾਅਰੇ ਦਾ ਕੀ ਮਤਲਬ ਹੈ ਕਿ ਲੜਕੀ ਹੂੰ ਲੜ ਸਕਦੀ? ਉਹ ਤਾਂ ਉਹਦੇ ਮੈਂ ਕਹਿੰਦੀ ਹਾਂ ਖਿਲਾਫ ਹੀ ਇੱਕ ਸਟੈਪ ਹੋ ਗਿਆ। ਅੱਜ ਤੁਸੀਂ ਯੂਪੀ ਵਿੱਚ ਇੱਕ ਨੈਸ਼ਨਲ ਪਾਰਟੀ ਹੈ, ਉਸ ਦਾ ਸਟੈਂਡ ਤਾਂ ਸਾਰੇ ਹਿੰਦੁਸਤਾਨ ਵਿੱਚ ਸਿਮਿਲਰ ਹੋਣਾ ਚਾਹੀਦਾ ਕਿ ਯੂਪੀ ਦੀਆਂ ਕੁੜੀਆਂ ਕੋਈ ਪੰਜਾਬ ਦੀਆਂ ਕੁੜੀਆਂ ਨਾਲੋਂ ਜ਼ਿਆਦਾ ਪ੍ਰੋਗਰੈਸਿਵ ਨੇ, ਜਾਂ ਜ਼ਿਆਦਾ ਪੋਲੀਟੀਕਲੀ ਐਕਟਿਵ ਨੇ, ਜਾਂ ਜ਼ਿਆਦਾ ਹੋਣਹਾਰ ਹੈ ਕਿ ਜਿਹੜੀਆਂ ਪੰਜਾਬ ਦੀਆਂ ਲੜਕੀਆਂ ਨੂੰ ਉਨੀ ਰਿਪਰੈਜ਼ੈਂਟੇਸ਼ਨ ਦੇਣ ਬਾਰੇ ਤੁਸੀਂ ਨਹੀਂ ਸੋਚਿਆ। ਸੋ ਇਹਦੇ 'ਤੇ ਪਾਰਟੀ ਦਾ ਵੀ ਸਟੈਂਡ ਸਮਝ ਨਹੀਂ ਆ ਰਿਹਾ। ਇੱਕ ਥਾਂ 'ਤੇ ਤੁਸੀਂ ਕਹਿੰਦੇ ਹੋ ਲੜਕੀ ਹੂੰ ਲੜ ਸਕਤੀ ਹੂੰ, ਲੜਕੀਆਂ ਨੂੰ 40% ਤੁਸੀਂ ਕਿਹਾ ਅਸੀਂ ਟਿਕਟਾਂ ਦੇਵਾਂਗੇ, ਪੰਜਾਬ ਵਿੱਚ ਤੁਸੀਂ 10% ਵੀ ਨਹੀਂ ਟੱਪੇ। ਸੋ ਇਹ ਸਾਰੀਆਂ ਚੀਜ਼ਾਂ ਕੈਡਰ ਨੂੰ ਕਨਫਿਊਜ਼ ਕਰ ਦਿੰਦੀਆਂ, ਕੈਡਰ ਨੂੰ ਡੀਮੋਰਲਾਈਜ਼ ਕਰ ਦਿੰਦੀਆਂ। ਅੱਗੇ ਤੋਂ ਲੜਕੀਆਂ ਆਮ ਘਰ ਦੀਆਂ ਇੱਕ ਔਰਤ ਵਾਸਤੇ ਫਾਈਨੈਂਸ਼ੀਅਲੀ ਰਿਸੋਰਸਿਸ ਵਾਈਜ਼, ਹਰ ਤਰੀਕੇ ਵਾਈਜ਼ ਪੋਲਿਟਿਕਸ ਵਿੱਚ ਆਉਣਾ ਬੜਾ ਔਖਾ ਹੈ। ਤਾਂ ਜਿਹੜੀ ਕੋਈ ਵਿਚਾਰੀ ਮਿਹਨਤ ਕਰਕੇ ਕੰਮ ਕਰਦੀ ਹੈ ਉਹਨੂੰ ਤੁਸੀਂ ਇਗਨੋਰ ਕਰ ਦਿੰਦੇ ਹੋ, ਤਾਂ ਫਿਰ ਗਾਂ ਅਸੀਂ ਲੜਕੀਆਂ ਨੂੰ ਕੀ ਮੈਸੇਜ ਦੇ ਰਹੇ ਹਾਂ ਕਿ ਸਾਡੀ ਪਾਰਟੀ ਲੜਕੀਆਂ ਦੇ ਕੰਮਾਂ ਨੂੰ ਨਜ਼ਰਅੰਦਾਜ਼ ਕਰਦੀ ਹੈ? ਮਾਈ ਰੂਪ ਕੌਰ ਜੀ ਨੇ ਬਾਗੜੀਆਂ, ਕਿੰਨੇ ਲੰਮੇ ਸਮੇਂ ਤੋਂ ਕਾਂਗਰਸ ਨਾਲ ਉਹਨਾਂ ਦਾ ਪਰਿਵਾਰ ਜੁੜਿਆ ਹੋਇਆ, ਕੰਮ ਕੀਤਾ ਹੈ, ਧਰਤੀ ਨਾਲ ਜੁੜੇ ਹੋਏ ਨੇ, ਉੱਥੇ ਵਿਚਰਦੇ ਨੇ, ਉਹਨਾਂ ਨੂੰ ਨਹੀਂ ਕੰਸੀਡਰ ਕੀਤਾ। ਪ੍ਰਿਤਪਾਲ ਬਡਲਾ ਜੀ ਨੇ, ਮਹਿਲਾ ਕਾਂਗਰਸ ਦੇ ਅਹੁਦੇਦਾਰ ਨੇ, ਉਹ ਅਮਰਗੜ੍ਹ ਕੰਮ ਕਰਦੇ ਸੀ। ਸਿਰਫ ਇੱਕ ਵੱਡੇ ਲੀਡਰ ਦੇ ਭਤੀਜੇ ਨੂੰ ਐਡਜਸਟ ਕਰਨ ਲਈ ਇਹੋ ਜਿਹੀਆਂ ਮਿਹਨਤੀ ਮਹਿਲਾਵਾਂ ਨੂੰ ਇਗਨੋਰ ਕਰ ਦਿੱਤਾ ਗਿਆ। ਸਤਿੰਦਰ ਬਿੱਟੀ ਜੀ ਨੇ, ਉਹਨਾਂ ਦੀ ਟਿਕਟ ਕੱਟ ਦਿੱਤੀ ਗਈ। ਸਤਕਾਰ ਕੌਰ ਜੀ, ਮੌਜੂਦਾ ਜਿੱਤੇ ਹੋਏ MLA, ਉਹਨਾਂ ਨੂੰ ਇਗਨੋਰ ਕਰਤਾ ਇੱਕ ਬਾਹਰ ਲਿਆਏ ਵਿਅਕਤੀ ਵਾਸਤੇ। ਸੋ ਆਲ ਦੀਜ਼ ਥਿੰਗਸ ਇਹ ਪਾਰਟੀ ਨੂੰ ਵੀ ਨੁਕਸਾਨਦੇਹ ਹੈ, ਪਾਰਟੀ ਦੇ ਕੈਡਰ ਨੂੰ ਡੀਮੋਰਲਾਈਜ਼ ਕਰਨ ਦੀਆਂ ਗੱਲਾਂ। ਤੁਸੀਂ ਜਿਵੇਂ ਕੱਲ੍ਹ ਰਾਹੁਲ ਗਾਂਧੀ ਅੰਮ੍ਰਿਤਸਰ ਆਉਂਦੇ ਨੇਗੇ, ਤੁਸੀਂ ਪਹਿਲਾਂ ਵੀ ਇਕੱਠ ਕਰਕੇ ਜਿਹੜਾ ਆਪਣੇ ਵਰਕਰਾਂ ਦੇ ਨਾਲ ਇੱਕ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਤੁਸੀਂ ਕੀ ਹਾਈ ਕਮਾਨ ਨਾਲ ਕੋਈ ਕਿਸੇ ਤਰ੍ਹਾਂ ਦੀ ਮੀਟਿੰਗ ਦਾ ਜਾਂ ਕੋਈ ਗੱਲਬਾਤ ਹੋਈ ਹੈ ਉੱਪਰ ਤੁਹਾਡੀ ਇਸ ਬਾਬਤ? ਮੈਂ ਕੋਈ ਪ੍ਰੈਸ਼ਰ ਬਣਾਉਣ ਦੀ ਗੱਲ ਨਹੀਂ ਸੀ ਕੀਤੀ। ਤੁਸੀਂ ਜਾਣਦੇ ਹੋ ਮੈਂ ਸਿਰਫ ਲਾਈਵ ਹੋ ਕੇ ਇੱਕ ਮੈਸੇਜ ਦਿੱਤਾ ਸੀ ਕਿ ਮੈਂ ਚੜ੍ਹਦੀ ਕਲਾ 'ਚ ਹਾਂ ਅਤੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ, ਕੋਈ ਗੱਲ ਨਹੀਂ। ਟਿਕਟ ਕੋਈ ਐਸੀ ਚੀਜ਼, ਟਿਕਟ ਥੋੜ੍ਹੀ ਨਾ ਲੀਡਰ ਬਣਾਉਂਦੀ ਹੈ। ਲੀਡਰ ਤਾਂ ਬੰਦਾ ਆਪਣੇ ਕੰਮਾਂ ਨਾਲ, ਆਪਣੇ ਤੌਰ ਤਰੀਕੇ ਨਾਲ, ਲੋਕਾਂ ਦੇ ਪਿਆਰ ਨਾਲ ਬਣਦਾ। ਸੋ ਉਹ ਇੱਕ ਮੈਸੇਜ 'ਤੇ ਆਏ ਲੋਕ ਸੀਗੇ।
ਉਹ ਇੱਕ ਲਾਈਵ ਰਾਹੀਂ ਜਿੰਨਿਆਂ ਨੂੰ ਮੈਸੇਜ ਲੱਗਿਆ, ਜਿੰਨਿਆਂ ਨੂੰ ਇਸ ਜਿਹੜੇ ਇਸ ਫੈਸਲੇ ਨਾਲ ਨਾ ਖੁਸ਼ ਸੀਗੇ, ਜਿਹੜੇ ਮੇਰੇ ਨਾਲ ਹਮਦਰਦੀ ਰੱਖਦੇ ਸੀ, ਜਿਹੜੇ ਮੇਰੇ ਨਾਲ ਦਿੱਲੀ ਤੌਰ ਤੇ ਜੁੜੇ ਹੋਏ ਆ, ਉਹ ਲੋਕ ਸੀਗੇ। ਸੋ ਉਹ ਉਹਨਾਂ ਨੇ ਆ ਕੇ ਇੱਥੇ ਕੋਈ ਅਸੀਂ ਪ੍ਰੈਸ਼ਰ ਬਣਾਉਣ ਦੀ ਗੱਲ ਨਹੀਂ, ਅਸੀਂ ਸਿਰਫ ਲਿੱਤੇ ਹੋਏ ਫੈਸਲੇ ਦੇ ਉੱਪਰ ਇੱਕ ਚਰਚਾ ਔਰ ਅੱਗੇ ਸਾਨੂੰ ਕੀ ਕਦਮ ਚੁੱਕਣਾ ਚਾਹੀਦਾ ਸੁਨਾਮ ਵਾਸਤੇ, ਸੁਨਾਮ ਦੇ ਲੋਕਾਂ ਦੇ ਵਿਕਾਸ ਵਾਸਤੇ, ਸੁਨਾਮ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਵਾਸਤੇ ਸਾਨੂੰ ਅਗਲਾ ਸਟੈਪ ਕੀ ਲੈਣਾ ਚਾਹੀਦਾ, ਉਹਦੇ ਵਾਸਤੇ ਉਹ ਰੱਖਿਆ ਸੀ। ਰਹੀ ਗੱਲ ਹਾਈ ਕਮਾਂਡ ਦੀ, ਜਿੱਥੇ ਹਾਈ ਕਮਾਂਡ ਇੰਨੀ ਮਜਬੂਰ ਹੋ ਗਈ ਕਿ ਉਹਨਾਂ ਨੂੰ ਆਪਣੇ ਇੱਕ ਵਫਾਦਾਰ ਵਰਕਰ ਔਰ ਆਪਣੇ ਇੱਕ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰਦੀ ਹੋਈ ਇੱਕ ਲੜਕੀ, ਆਮ ਘਰ ਦੀ ਲੜਕੀ ਦਾ ਕੰਮ ਨਹੀਂ ਨਜ਼ਰ ਆਇਆ। ਟਿਕਟਾਂ ਦੀ ਵੰਡ ਵੇਲੇ ਉਹ ਇੰਨੇ ਮਜਬੂਰ ਹੋ ਗਏ, ਕਿਸੇ ਲੀਡਰ ਦੀ ਧਮਕੀਆਂ ਜਾਂ ਬਲੈਕਮੇਲਿੰਗ ਦੇ ਇੰਨੇ ਉਹਨਾਂ ਦੇ ਹੱਥ ਬੰਨੇ ਗਏ ਕਿ ਉਹਨਾਂ ਨੂੰ ਉਹ ਟਿਕਟ ਉਸਦੇ ਭਤੀਜੇ ਨੂੰ ਹੀ ਦੇਣੀ ਪੈ ਗਈ। ਤੇ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਤੋਂ ਕੀ ਉਮੀਦ ਰੱਖ ਸਕਦੀ ਹਾਂ? ਤੁਹਾਨੂੰ ਲੱਗਦਾ ਹੈ ਵੀ ਜਿਹੜਾ ਹਾਈ ਕਮਾਨ ਵੱਲੋਂ ਜਿਹੜੀਆਂ ਟਿਕਟਾਂ ਅਨਾਊਂਸ ਹੋਈਆਂ ਨੇ, ਜਿਹੜੀ ਨਵੀਂ ਲਿਸਟ ਆਈ ਹੈ, ਉਹਦੇ ਵਿੱਚ ਵੱਡੇ ਲੀਡਰਾਂ ਦੇ ਕਰੀਬੀਆਂ ਨੂੰ ਟਿਕਟਾਂ ਗਈਆਂ ਨੇ, ਜਿਹਦੇ ਕਰਕੇ ਮਤਲਬ ਤੁਹਾਡਾ ਹਾਈ ਕਮਾਨ ਤੱਕ ਜਿਹੜੀ ਪਹੁੰਚ ਨਹੀਂ ਹੋ ਪਾਈ? ਨਹੀਂ, ਮੈਂ ਹਾਈ ਕਮਾਂਡ ਅੱਗੇ ਆਪਣੀ ਲੌਜਿਕਸ ਆਫ ਫੈਕਟਸ ਦੀ ਸਾਰੀ ਲੜਾਈ ਲੜੀ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਹਾਈ ਕਮਾਂਡ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਸੀਗੇ, ਬਹੁਤ ਸਾਰੀ ਐਸੀ ਲੀਡਰਸ਼ਿਪ ਸੀਗੀ ਜਿਨ੍ਹਾਂ ਨੇ ਮੇਰੀ ਲੜਾਈ ਮੇਰੇ ਤੋਂ ਵੀ ਹੋਰ ਅੱਗੇ ਹੋ ਕੇ ਲੜੀ ਹੈ। ਪਰ ਗੱਲ ਇਹ ਹੈ ਕਿ ਕਈ ਵਾਰੀ ਜਦੋਂ ਇਲੈਕਸ਼ਨ ਦਾ ਮਾਹੌਲ ਹੁੰਦਾ ਹੈ, ਉਹਨਾਂ ਦੀਆਂ ਵੀ ਮਜਬੂਰੀਆਂ, ਉਹ ਕਈ ਲੀਡਰਾਂ ਦੇ ਹੱਥੀਂ ਮਜਬੂਰ ਹੋਏ ਬੈਠੇ ਨੇ। ਹੁਣ ਜਿਹੜੇ ਲੀਡਰ, ਹੁਣ ਅਸੀਂ ਕਦੀ ਪਾਰਟੀ ਨੂੰ ਬਲੈਕਮੇਲ ਨਹੀਂ ਕੀਤਾ, ਅਸੀਂ ਕਦੀ ਪਾਰਟੀ ਨੂੰ ਡਰਾਵੇ ਨਹੀਂ ਦਿੱਤੇ, ਸ਼ਾਇਦ ਸਾਡਾ ਓਡਾ ਕੱਦ ਵੀ ਨਹੀਂ, ਨਾ ਕਦੀ ਅਸੀਂ ਤਾਂ ਪ੍ਰੋਪਰ ਮਤਲਬ ਜੰਮੇ ਕਾਂਗਰਸ ਵਿੱਚ ਹੈਗੇ ਆ, ਪਹਿਲੇ ਦਿਨੋਂ ਪੈਰ ਧਰਿਆ ਤਾਂ ਕਾਂਗਰਸ 'ਚ ਧਰਿਆ, ਅਸੀਂ ਤਾਂ ਕਦੀ ਇਹੋ ਜਿਹੀ ਰਾਜਨੀਤੀ 'ਚ ਵਿਸ਼ਵਾਸ ਹੀ ਨਹੀਂ ਰੱਖਿਆ। ਇਸ ਕਰਕੇ ਸ਼ਾਇਦ ਸਾਨੂੰ ਉਸ ਦਾ ਖਮਿਆਜ਼ਾ ਵੀ ਭੁਗਤਣਾ ਪਿਆ। ਜਿਹੜੇ ਅੱਖਾਂ ਵਿਖਾਉਂਦੇ ਆ, ਜਿਹੜੇ ਧਮਕੀਆਂ ਦਿੰਦੇ ਆ, ਜਿਹੜੇ ਡਰਾਵੇ ਦਿੰਦੇ ਆ, ਉਸ ਤੋਂ ਹਾਈ ਕਮਾਂਡ ਮਜਬੂਰ ਹੋ ਜਾਂਦੀ ਹੈ। ਸੋ ਇਸ ਕਰਕੇ ਹਾਈ ਕਮਾਂਡ ਦੇ ਕੋਲ ਮੈਂ ਆਪਣੀ ਲੜਾਈ ਜਿੰਨੀ ਕੁ ਮੈਂ ਫੈਕਟਸ ਦੇ ਉੱਪਰ, ਪੇਪਰਸ ਦੇ ਉੱਪਰ, ਔਰ ਉਹਨਾਂ ਕੋਲ ਵੀ ਇੱਕ ਵੀ ਗੱਲ ਨਹੀਂ ਸੀ ਮੇਰੇ ਖਿਲਾਫ ਦੱਸਣ ਲਈ ਕਿ ਤੇਰੀ ਟਿਕਟ ਕਿਉਂ ਕੱਟੀ ਜਾ ਰਹੀ ਹੈ। ਇੱਕੋ ਹੀ ਇੱਕ ਕਾਰਨ ਸੀਗਾ, ਪਰਿਵਾਰਵਾਦ ਜਿਹੜਾ ਹੈ ਉਹ ਮਿਹਨਤ ਤੇ ਪਾਰਟੀ ਦੀ ਵਫਾਦਾਰੀ ਤੋਂ ਉੱਪਰ ਹਾਵੀ ਹੋ ਗਿਆ। ਤੇ ਇਸ ਕਰਕੇ ਸਿਰਫ 2 ਭਤੀਜਿਆਂ ਨੂੰ ਐਡਜਸਟ ਕਰਨ ਦੇ ਚੱਕਰ 'ਚ ਇੱਕ ਵਫਾਦਾਰ ਵਰਕਰ ਦੀ ਟਿਕਟ ਕੱਟ ਦਿੱਤੀ ਗਈ। ਜੇਕਰ ਗੱਲ ਕਰੀ ਜਾਵੇ, ਸੁਨਾਮ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਜਾਂਦੀ ਹੈ, ਜਿੱਥੇ ਚਰਨਜੀਤ ਸਿੰਘ ਚੰਨੀ ਤੁਹਾਡੇ ਹੱਕ ਦੇ ਵਿੱਚ ਗੱਲ ਕਰਦੇ ਆ, ਟਿਕਟ ਤੱਕ ਦਾ ਦਾਅਵਾ ਗੱਲ ਕਰਦੇ ਆ, ਪਰ ਇਸ ਤੋਂ ਬਾਅਦ ਸਮੀਕਰਨ ਬਦਲਦੇ ਆ। ਤੁਹਾਨੂੰ ਲੱਗਦਾ ਗਾ ਵੀ ਉੱਥੇ ਜਿਹੜਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਪਰਿਵਾਰਵਾਦ ਭਾਰੂ ਰਿਹਾ? ਪਰਿਵਾਰਵਾਦ ਵੀ ਭਾਰੂ ਰਿਹਾ। ਔਰ ਮੈਂ ਤਾਂ ਪਹਿਲੇ ਦਿਨੋਂ ਗੱਲ ਕਹਿ ਰਹੀ ਹਾਂ ਕਿ ਜਿਹੜੀਆਂ ਟਿਕਟਾਂ ਦੀ ਵੰਡ ਸੀਗੀ, ਉੱਥੇ ਕਿਤੇ ਨਾ ਕਿਤੇ ਵਿਨੇਬਿਲਿਟੀ ਫੈਕਟਰ ਨੂੰ ਇਗਨੋਰ ਕਰਕੇ ਸੂਟੇਬਿਲਿਟੀ ਫੈਕਟਰ ਜਿਹੜਾ ਦੇਖਿਆ ਗਿਆ ਹਰ ਲੀਡਰ ਵੱਲੋਂ, ਉਹਨਾਂ ਨੇ ਇਹ ਦੇਖਿਆ ਕਿ ਮੈਂ ਆਪਣੇ ਕਿਹੜੇ ਬੰਦੇ ਫਿੱਟ ਕਰਨੇ ਆ, ਕਿਹੜੇ ਮੇਰੇ ਪਰਿਵਾਰ ਦੇ ਮੈਂਬਰ ਫਿੱਟ ਕਰਨੇ, ਤਾਂ ਹੀ ਇਹੋ ਜਿਹੀ ਲਿਸਟ ਆਈ ਹੈ। ਪਿਛਲੀ ਵਾਰ ਵੀ ਕੈਂਡੀਡੇਟਸ ਅਨਾਊਂਸ ਹੋਏ ਸੀ, ਪਿਛਲੀ ਵਾਰ ਕਿੰਨੇ ਯੂਥ ਨੂੰ ਰਿਪਰੈਜ਼ੈਂਟੇਸ਼ਨ ਮਿਲੀ ਸੀ, ਕਿੰਨੀਆਂ ਔਰਤਾਂ ਨੂੰ ਰਿਪਰੈਜ਼ੈਂਟੇਸ਼ਨ ਮਿਲੀ ਸੀ। ਇੱਕ ਨਵਾਂ ਇਤਿਹਾਸ ਰਚਿਆ ਸੀ ਕਾਂਗਰਸ ਨੇ ਪੰਜਾਬ ਵਿੱਚ, ਔਰ ਉਹਨਾਂ ਨੌਜਵਾਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਸ ਚੀਜ਼ ਦਾ ਪਾਰਟੀ ਨੂੰ ਮੁੱਲ ਵੀ ਮੋੜਿਆ ਸੀਗਾ ਕੰਮ ਦੇ ਤੌਰ ਵਿੱਚ। ਅੱਜ ਇੰਨੇ ਨੌਜਵਾਨ ਯੂਥ ਕਾਂਗਰਸ ਦੇ, ਇੰਨੇ ਨੌਜਵਾਨ ਕਾਂਗਰਸ ਪਾਰਟੀ ਨਾਲ ਜੁੜੇ, ਇਸੇ ਕਰਕੇ ਜੁੜੇ ਹੈ। ਪਰ ਇਸ ਵਾਰ ਜਦੋਂ ਹਰ ਟਿਕਟ ਲੀਡਰ ਦੇ ਮੁੰਡੇ ਨੂੰ, ਲੀਡਰ ਦੇ MP ਦੇ ਮੁੰਡੇ, ਮਿਨਿਸਟਰਾਂ ਦੇ ਮੁੰਡੇ, ਯੂਥ ਦਾ ਜਿਹੜਾ ਕੋਟਾ ਹੈ, ਉਹ ਮੇਰੀ ਤਾਂ ਲੜਾਈ ਅੱਜ ਵੀ ਇਹੀ ਹੈ ਔਰ ਪਹਿਲਾਂ ਵੀ ਇਹੀ ਰਹੀ ਹੈ। ਔਰ ਮੇਰੇ ਤੁਸੀਂ ਪੁਰਾਣੀਆਂ ਇੰਟਰਵਿਊਜ਼ ਵੀ ਕੱਢ ਸਕਦੇ ਹੋ ਕਿ ਯੂਥ ਕੋਟਾ ਹੁੰਦਾ ਜਦੋਂ ਆਮ ਘਰਾਂ ਦੇ ਬੱਚੇ, ਆਮ ਘਰਾਂ ਤੋਂ ਮੇਰਾ ਮਤਲਬ ਇਹ ਨਹੀਂ ਕਿ ਕੋਈ ਫਾਈਨੈਂਸ਼ੀਅਲੀ ਬੈਕਵਰਡ, ਆਮ ਘਰਾਂ ਤੋਂ ਮੇਰਾ ਮਤਲਬ ਹੈ ਜਿਹੜੇ ਇਹ ਪੋਲੀਟੀਕਲ ਘਰ ਨੇ, ਨੌਨ ਪੋਲੀਟੀਕਲ ਘਰ ਹੈ, ਉਹਨਾਂ ਦੇ ਬੱਚੇ ਜਦੋਂ ਅੱਗੇ ਆ ਕੇ ਸਿਸਟਮ ਦਾ ਹਿੱਸਾ ਬਣਨਗੇ। ਲੀਡਰਾਂ ਦੇ ਬੱਚਿਆਂ ਨੂੰ ਟਿਕਟਾਂ ਦੇ ਕੇ ਤੁਸੀਂ ਯੂਥ ਕੋਟਾ ਪੂਰਾ ਨਹੀਂ ਕਰ ਸਕਦੇ, ਉਹ ਯੂਥ ਕੋਟੇ 'ਚ ਨਹੀਂ ਆਉਂਦੇ। ਯੂਥ ਕੋਟਾ ਤਾਂ ਉਹ ਹੁੰਦੇ ਆ ਜਿਹੜੇ ਨੌਜਵਾਨ ਥੱਲਿਓਂ ਪਹਿਲੀ ਪੌੜੀ ਤੋਂ ਲੈ ਕੇ ਉੱਪਰ ਆਪਣੀ ਮਿਹਨਤ ਨਾਲ ਆਏ ਹੈ। ਸੋ ਇਸ ਕਰਕੇ ਪਰਿਵਾਰਵਾਦ ਵੀ ਹਾਵੀ ਹੋਇਆ ਔਰ ਸਿਆਸਤ ਵੀ ਹਾਵੀ ਹੋਈ ਹੈ ਟਿਕਟਾਂ ਦੀ ਵੰਡ ਦੇ ਉੱਪਰ। ਜੇਕਰ ਗੱਲ ਕਰੀਏ, ਜਿਸ MLA ਦੇ ਬੇਟੇ ਨੂੰ ਟਿਕਟ ਅਨਾਊਂਸ ਕੀਤੀ ਗਈ ਹੈਗੀ, ਉਹਨਾਂ ਨੇ ਤਾਂ ਇੱਕ ਨਿੱਜੀ ਚੈਨਲ ਦੀ ਇੰਟਰਵਿਊ 'ਚ ਇੱਥੋਂ ਤੱਕ ਕਿਹਾ ਹੈਗਾ ਕਿ ਉਹ ਬਾਜਵਾ ਪਰਿਵਾਰ ਦੇ ਘਰ ਤੱਕ ਨਹੀਂ ਜਾਣਗੇ, ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲਣਗੇ, ਭਾਵੇਂ ਉਹ ਆਜ਼ਾਦ ਚੋਣ ਲੜ ਲੈਣ। ਤੇ ਕੋਈ ਗੱਲ ਨਹੀਂ, ਬਾਜਵਾ ਪਰਿਵਾਰ ਕਿਹੜਾ ਬਾਂਹ ਖੋਲੀ ਉਹਨਾਂ ਦਾ ਇੰਤਜ਼ਾਰ ਕਰ ਰਿਹਾ। ਮੈਂ ਤਾਂ ਮੇਰੇ ਤਾਂ ਘਰੇ, ਇਹ ਤਾਂ ਚਲੋ ਉਹਨਾਂ ਨੇ ਕਹਿਤਾ ਤੇ ਕੋਈ ਗੱਲ ਨਹੀਂ, ਉਹ ਉਹਨਾਂ ਦਾ ਸੋਚ ਹੋਊਗੀ। ਬਟ ਮੈਂ ਨਾ ਤਾਂ ਉਹਨਾਂ ਨੂੰ ਐਕਸਪੈਕਟ ਕਰਦੀ ਹਾਂ ਔਰ ਨਾ ਹੀ ਮੈਂ, ਦੇਖੋ ਮੇਰਾ ਉਹਨਾਂ ਨਾਲ ਕਦੀ ਕੋਈ ਨਿੱਜੀ, ਨਾ ਤਾਂ ਮੇਰਾ ਉਹਨਾਂ ਨਾਲ ਕੋਈ ਇਹੋ ਜਿਹੀ ਕੋਈ ਕੰਟਰੋਵਰਸੀ ਰਹੀ ਹੈ, ਨਾ ਮੇਰਾ ਉਹਨਾਂ ਨਾਲ ਨਿੱਜੀ ਕੋਈ ਲੈਣਾ ਦੇਣਾ। ਮੈਂ ਤਾਂ ਉਹਨਾਂ ਨੂੰ ਇੱਕ ਪਾਰਟੀ ਦੇ ਸੀਨੀਅਰ ਲੀਡਰ ਦੇ ਵਜੋਂ ਰਿਸਪੈਕਟ ਹੀ ਕਰਦੀ ਸੀ। ਹਰ ਥਾਂ ਜਿੱਥੇ ਮਿਲਦੇ ਸੀ ਖਿੜੇ ਮੱਥੇ ਹੀ ਮਿਲੀਦਾ ਸੀਗਾ। ਪਰ ਜੇ ਕਿਸੇ ਨੂੰ ਮੇਰੇ ਤੋਂ ਇੰਨੀ ਤਕਲੀਫ ਹੈ ਤਾਂ ਫਿਰ ਇਟਸ ਓਕੇ, ਇਹ ਤਾਂ ਉਹਨਾਂ ਦੀ ਸੋਚ ਹੈ।
ਮੈਂ ਜਦੋਂ ਕਦੀ ਉਹਨਾਂ ਦਾ ਕੋਈ ਪਰਸਨਲ ਨੁਕਸਾਨ ਨਹੀਂ ਕੀਤਾ, ਹੱਕ ਤਾਂ ਉਹਨਾਂ ਨੇ ਮੇਰਾ ਮਾਰਿਆ। ਜਿਹੜੇ ਹਲਕੇ 'ਚੋਂ ਕਦੀ ਆਏ ਨਹੀਂ, ਜਿੱਥੇ ਉਹਨਾਂ ਨੇ ਕਦੀ ਕੰਮ ਨਹੀਂ ਕੀਤਾ, ਆਪਣਾ ਹਲਕਾ ਛੱਡ ਕੇ ਤੁਸੀਂ ਕਿਸੇ ਦੇ ਹਲਕੇ 'ਚ ਆਉਂਦੇ ਹੋ, ਤਾਂ ਇਹ ਤੁਹਾਡੀ ਵੀ ਪਰਸਨੈਲਿਟੀ ਔਰ ਤੁਹਾਡੇ ਪਿਛਲੇ ਕਿਰਦਾਰ ਤੇ ਰਿਫਲੈਕਟ ਕਰਦਾ ਹੈ। ਬੰਦੇ ਨੂੰ, ਜਿਹੜਾ ਬੰਦਾ 5 ਸਾਲਾਂ ਬਾਅਦ ਲੋਕਾਂ ਦੀ ਕਚਹਿਰੀ 'ਚ ਜਾਣ ਤੋਂ ਡਰਦਾ ਹੈ ਨਾ, ਉਹ ਬੰਦਾ ਕਿਸੇ ਬਾਰੇ ਕੀ ਕਮੈਂਟ ਕਰੂਗਾ? ਉਹਦੇ ਬਾਰੇ ਤਾਂ ਲੋਕ ਆਪ ਹੀ ਦੱਸ ਰਹੇ ਨੇ। ਹੁਣ ਜਿਹੜਾ ਵਿਅਕਤੀ, ਤੁਸੀਂ ਮੈਨੂੰ ਆਪ ਦੱਸੋ, ਮੇਰੇ ਨਾਲ ਸਟੇਜ ਸ਼ੇਅਰ ਕਰਨੀ ਹੈ ਨਹੀਂ ਕਰਨੀ, ਬਾਜਵਾ ਪਰਿਵਾਰ ਦੇ ਕੋਲ ਆਉਣਾ, ਬਾਜਵਾ ਪਰਿਵਾਰ ਕੋਲ ਪਰਮਾਤਮਾ ਦਾ ਦਿੱਤਾ ਬਹੁਤ ਕੁਛ ਹੈ, ਤੇ ਮੈਂ ਕਿਸੇ ਦੀ ਸਿਫਾਰਿਸ਼ ਜਾਂ ਕਿਸੇ ਨੇ ਮੇਰੀ ਬਾਹ ਫੜ ਕੇ ਮੈਨੂੰ ਉਰੇ ਨਹੀਂ ਬਿਠਾਇਆ। ਮੈਂ ਕਿਸੇ ਦੀ ਭੈਣ ਜਾਂ ਭਤੀਜੀ ਨਹੀਂ ਲੱਗਦੀ ਕਿਸੇ ਵੱਡੇ ਲੀਡਰ ਦੀ। ਮੈਂ ਤਾਂ ਆਪਣੀ ਮਿਹਨਤ ਨਾਲ ਉਰੇ ਆਈ ਹਾਂ, ਤੇ ਮੇਰੀ ਮਿਹਨਤ ਮੇਰੇ ਤੋਂ ਕੋਈ ਦੁਨੀਆ ਦੀ ਤਾਕਤ ਨਾ ਖੋ ਸਕਦੀ ਹੈ ਤੇ ਨਾ ਮੇਰੇ ਤੋਂ ਲੈ ਸਕਦੀ ਹੈ। ਜੋ ਮੈਂ ਕੀਤਾ ਉਹ ਮੇਰੇ ਹੀ ਖਾਤੇ 'ਚ ਗਿਣਿਆ ਜਾਣਾ ਹੈ। ਰਹੀ ਗੱਲ ਉਹਨਾਂ ਦੀ ਜਿਨ੍ਹਾਂ ਨੂੰ ਇੱਥੋਂ ਟਿਕਟ ਦਿੱਤੀ ਹੈ, ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ, ਦਾਮਨ ਬਾਜਵਾ ਤਾਂ ਇਸ ਹਲਕੇ 'ਚ ਹਾਰੀ ਸੀ। ਮੈਂ ਤਾਂ ਹਾਰਨ ਦੇ ਬਾਵਜੂਦ ਇਸ ਹਲਕੇ ਦੀ ਲੜਾਈ ਲੜ ਰਹੀ ਹਾਂ, ਲੋਕਾਂ ਦੇ ਵਿੱਚ ਜਾ ਰਹੀ ਹਾਂ। ਲੋਕੀ ਗੱਲ ਭਰੀ ਅੱਖਾਂ ਭਰੀ ਮੇਰਾ ਸਾਥ ਦੇ ਰਹੇ ਨੇ, ਮੇਰੇ ਨਾਲ ਟਿਕਟ ਮਿਲਣ ਦੇ ਨਾ ਮਿਲਣ ਦੇ ਬਾਵਜੂਦ ਚਟਾਨ ਵਾਂਗ ਖੜੇ ਨੇ ਪਾਰਟੀ ਤੋਂ ਉੱਪਰ ਉੱਠ ਕੇ। ਤੇ ਜਿਹੜਾ ਵਿਅਕਤੀ ਜਿੱਤਿਆ ਹੋਇਆ ਹਲਕਾ ਛੱਡ ਕੇ ਆਇਆ, ਉਸ ਬਾਰੇ ਉਹ ਹਰਕਤ ਆਪਣੇ ਆਪ 'ਚ ਹੀ ਬਹੁਤ ਕੁਝ ਬੋਲ ਰਹੀ ਹੈ। ਕਿਉਂ ਨਹੀਂ ਲੜੇ ਅਮਰਗੜ੍ਹ ਤੋਂ? ਜਾਣ ਤਾਂ ਲੋਕਾਂ ਦੀ ਕਚਹਿਰੀ 'ਚ 5 ਸਾਲਾਂ ਬਾਅਦ ਪਤਾ ਲੱਗੂ। ਉਹ ਚੋਣਾਂ ਲੜਨੀਆਂ ਇਕੱਲੇ ਹਲਕੇ ਬਦਲ ਕੇ ਚੋਣਾਂ ਲੜ ਕੇ ਲੀਡਰ ਨਹੀਂ ਬਣਿਆ ਜਾਂਦਾ। ਲੀਡਰ ਤਾਂ ਅਸਲੀ ਉਹ ਹੁੰਦਾ ਹੈ ਜਿਹੜਾ ਲੋਕਾਂ ਨੂੰ ਜਵਾਬ ਦੇਣ 'ਚ ਵਿਸ਼ਵਾਸ ਰੱਖਦਾ। ਦਾਮਨ ਬਾਜਵਾ ਹੁਣ ਕੀ ਫੈਸਲਾ ਲੈ ਰਹੇ ਨੇਗੇ? ਕਿਸੇ ਪਾਰਟੀ ਵੱਲ ਜਾਣਗੇ ਜਾਂ ਆਜ਼ਾਦ ਲੜਨਗੇ? ਕਿਸ ਤਰ੍ਹਾਂ ਦਾ ਫੈਸਲਾ ਹੁਣ ਤੁਹਾਡਾ? ਮੈਂ ਦੇਖੋ, ਇਲੈਕਸ਼ਨ ਮੈਂ ਲੜੂੰਗੀ ਔਰ ਆਪਣੇ ਹੱਕ ਲਈ ਲੜੂੰਗੀ। ਕਿਸੇ ਪਾਰਟੀ ਦੇ ਖਿਲਾਫ, ਕਿਸੇ ਇੱਕ ਇੰਡੀਵਿਜੂਅਲ ਦੇ ਖਿਲਾਫ ਨਹੀਂ, ਇਸ ਚੀਜ਼ ਦੇ ਖਿਲਾਫ ਲੜੂੰਗੀ ਕਿ ਮੈਂ ਇਸ ਸਿਸਟਮ ਵਿੱਚ ਜਿਹੜੀ ਸੋਚ ਲੈ ਕੇ ਆਈ ਸੀ, ਮੈਂ ਇਸ ਪਾਸੇ, ਮੈਨੂੰ ਡਾਕਟਰ ਨੇ ਨਹੀਂ ਸੀ ਕਿਹਾ ਸਿਆਸਤ ਕਰੋ, ਮੈਂ ਸਿਆਸਤ ਵਿੱਚ ਇੱਕ ਸੁਪਨਾ, ਇੱਕ ਸੋਚ ਲੈ ਕੇ ਆਈ ਸੀ ਕਿ ਜਦ ਤੱਕ ਆਮ ਘਰਾਂ ਦੇ ਨੌਜਵਾਨ ਇਸ ਪਾਸੇ ਨਹੀਂ ਆਉਂਦੇ, ਜਦ ਤੱਕ ਆਮ ਘਰਾਂ ਦੇ ਨੌਜਵਾਨ ਸਿਆਸਤ ਦਾ ਹਿੱਸਾ ਨਹੀਂ ਬਣਦੇ, ਅਸੀਂ ਸਿਸਟਮ ਬਦਲਣ ਦੀ ਗੱਲ ਕਰ ਰਹੇ ਹਾਂ। ਸਿਸਟਮ ਅਸੀਂ ਕਿਵੇਂ ਬਦਲਾਂਗੇ? ਪਾਵਰ ਚਾਹ ਕੇ ਹੀ ਬਦਲਾਂਗੇ, ਜਿੱਥੇ ਅਸੀਂ ਕੋਈ ਫੈਸਲੇ ਲੈ ਸਕਦੇ ਹਾਂ, ਜਿੱਥੇ ਅਸੀਂ ਕੋਈ ਕਾਨੂੰਨ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਤੇ ਆਮ ਘਰਾਂ ਦੇ ਨੌਜਵਾਨ ਜਦ ਤੱਕ ਇਸ ਪਾਸੇ ਨਹੀਂ ਆਉਂਦੇ, ਜਦ ਤੱਕ ਤੁਹਾਡੇ ਮੇਰੇ ਵਰਗੇ ਲੋਕ ਸਿਆਸਤ ਦਾ ਹਿੱਸਾ ਨਹੀਂ ਬਣਦੇ, ਤਾਂ ਅਸੀਂ ਸਿਸਟਮ ਦੀ ਲੜਾਈ ਕਿਵੇਂ ਲੜਾਂਗੇ? ਜੇ ਲੀਡਰਾਂ ਦੇ ਜਵਾਕਾਂ ਨੇ ਹੀ ਅੱਗੇ ਆਉਣਾ ਹੈ, ਤਾਂ ਫਿਰ ਤਾਂ ਦੇਰ ਇਜ਼ ਨੋ ਪੁਆਇੰਟ ਮਿਹਨਤ ਕਰਨ ਦਾ ਵੀ ਕੋਈ ਫਾਇਦਾ ਨਹੀਂ। ਇਹ ਤਾਂ ਫਿਰ ਇਹਨਾਂ ਨੇ ਆਪਣਾ ਨਿੱਜੀ, ਇਹਨੂੰ ਆਪਣੇ ਜਾਇਦਾਦ ਸਮਝ ਲਈ ਨਾ ਸਿਆਸਤ ਨੂੰ। ਮੇਰੀ ਇਸ ਚੀਜ਼ ਦੇ ਖਿਲਾਫ ਲੜਾਈ ਹੈ, ਤੇ ਉਸ ਲਈ ਮੈਨੂੰ ਚੋਣ ਲੜਨੀ ਪਏ, ਪਾਰਟੀ ਬਦਲਣੀ ਪਏ, ਜਾਂ ਕੋਈ ਵੀ ਫੈਸਲਾ ਜੋ ਸਾਡੇ ਸਾਥੀ, ਸਾਡੇ ਜਿਹੜੇ ਪਰਿਵਾਰਕ ਮੈਂਬਰ ਨੇ, ਹਲਕੇ ਦੇ ਲੋਕ ਜੋ ਕਹਿਣਗੇ, ਉਹ ਮੈਂ ਲੈਣ ਨੂੰ ਤਿਆਰ ਹਾਂ। ਸੋ ਇਹ ਸਨ ਦਾਮਥਿੰਦ ਬਾਜਵਾ, ਜਿਨ੍ਹਾਂ ਦਾ ਕਹਿਣਾ ਕਿ ਜਿਹੜੀ ਉਹਨਾਂ ਦੀ ਟਿਕਟ ਕੱਟਣ ਦਾ ਕਾਰਨ ਹੈ, ਉਸ ਦੇ ਉੱਪਰ ਕਾਂਗਰਸ ਦੇ ਵਿੱਚ ਚੱਲ ਰਿਹਾ ਜਿਹੜਾ ਪਰਿਵਾਰਵਾਦ ਹੈ ਉਹ ਭਾਰੂ ਰਿਹਾ ਹੈਗਾ। ਪਰ ਹੁਣ ਉਹ ਜਲਦੀ ਫੈਸਲਾ ਲੈਣਗੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਹਲਕੇ 'ਚ ਇਸ ਵਾਰ ਚੋਣ ਜ਼ਰੂਰ ਲੜਨਗੇ। ਪੰਜਾਬ ਟੁਡੇ ਦੇਖ ਰਹੇ ਹੋ ਤੁਸੀਂ, ਮੈਂ ਹਾਂ ਕੁਲਵੀਰ ਸਿੰਘ, ਸੰਗਰੂਰ।